छोटी उम्र वड्डी सोच दा धनी नवां बनिया काउंसलर हिमांशु मलिक। खबर है जी जगराओं तो। नगर कौंसल ਦੀਆਂ ਹੋਈਆਂ ਚੋਣਾਂ 'ਚ ਜਗਰਾਓਂ ਦੇ 23 ਵਾਰਡਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਕਾਉਂਸਲਰ ਬਣਿਆ ਹੈ, ਜਿਸ ਦੀ ਉਮਰ ਮਹਿਜ਼ 24 ਸਾਲਾਂ ਦੀ ਹੈ। ਪਹਿਲਾਂ ਇਸ ਨੇ ਲਾਅ ਦੀ ਡਿਗਰੀ ਲਈ, ਫਿਰ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਖੜਾ ਹੋਇਆ ਅਤੇ ਜਿੱਤ ਪ੍ਰਾਪਤ ਕੀਤੀ। ਇਸ ਦਾ ਨਾਮ ਹੈ ਹਿਮਾਂਸ਼ੂ ਮਲਿਕ, ਜਿਸ ਨੇ ਵੱਡੇ ਵੱਡੇ ਧੁਰੰਧਰਾਂ ਨੂੰ ਇਹਨਾਂ ਵੋਟਾਂ 'ਚ ਧੂਲ ਚਟਾ ਦਿੱਤੀ। ਦੇਖਦੇ ਹਾਂ ਹਿਮਾਂਸ਼ੂ ਮਲਿਕ ਨਾਲ ਇੱਕ ਖਾਸ ਮੁਲਾਕਾਤ। ਪਹਿਲਾਂ ਤਾਂ ਮੈਂ ਜੈਨ ਸਾਹਿਬ ਤੁਹਾਡਾ ਇੱਥੇ ਆਇਆਂ ਨੂੰ ਨਿੱਘਾ ਸਵਾਗਤ ਕਰਦਾ ਤੇ ਇਹੀ ਕਹੂੰਗਾ, ਪਹਿਲਾਂ ਤਾਂ ਮੈਂ ਵਾਰਡ ਵਾਸੀਆਂ ਦੇ ਤੇ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਆ, ਮੈਨੂੰ ਏਡੇ ਵੱਡੇ ਵੋਟ ਬੈਂਕ ਨਾਲ ਜੋ ਮੈਨੂੰ ਏਡੀ ਵੱਡੀ ਸਫਲਤਾ ਦਿੱਤੀ। ਤੇ ਉਦੋਂ ਬਾਅਦ ਜੋ ਵੀ ਮੈਂ ਉਹਨਾਂ ਨੂੰ ਵਾਅਦੇ ਕੀਤੇ ਨੇ ਉਹ ਵਾਅਦਿਆਂ ਨੂੰ ਪੂਰਾ ਖਰਾ ਉਤਰੂੰਗਾ ਤੇ ਆਪਣੇ ਮਤਲਬ ਕਿ ਜਦੋਂ ਵੀ ਸਹੁੰ ਚੁੱਕ ਸਮਾਗਮ ਉਦੋਂ ਅਗਲੇ ਦਿਨ ਹੋਰ ਆਪਣੇ ਕੰਮਾਂ 'ਚ ਜੁੜ ਜੂੰਗਾ। ਜਿੰਨੇ ਵੀ ਟੈਂਡਰ ਲੱਗੇ ਹੋਏ ਨੇ, ਜੋ ਵੀ ਕੰਮ ਪੈਂਡਿੰਗ ਨੇ, ਜੋ ਬੰਦ ਹੋ ਗਏ ਸੀਗੇ ਆਪਣੇ ਇਲੈਕਸ਼ਨਾਂ ਕਰਕੇ, ਉਹਨਾਂ ਨੂੰ ਮਤਲਬ ਕਿ ਦੁਬਾਰਾ ਤੋਂ ਸਟਾਰਟ ਕਰਵਾਇਆ ਜਾਊਗਾ। ਆਪਣੀ ਜੀਵਨੀ ਬਾਰੇ ਕਿੰਨੀ ਉਮਰ ਆ ਤੁਹਾਡੀ ਤੇ ਕਿਸ ਤਰ੍ਹਾਂ ਤੁਸੀਂ ਇਹ ਰਾਜਨੀਤੀ 'ਚ ਕੁੱਦੇ? ਮੈਂ 24 ਪਲੱਸ ਹਾਂ ਤੇ ਰਾਜਨੀਤੀ ਦਾ ਮੈਨੂੰ ਪਹਿਲਾਂ ਮੈਨੂੰ ਇੱਕ ਸੋਸ਼ਲ ਸਰਵਿਸਿਜ਼ ਦਾ ਸ਼ੌਂਕ ਹੁੰਦਾ ਸੀਗਾ ਤੇ ਜਦੋਂ ਕਿ ਯੂਥ ਬਹੁਤ ਜ਼ਿਆਦਾ ਨਸ਼ਿਆਂ 'ਚ ਡੁੱਬਿਆ ਹੁੰਦਾ ਸੀ, ਉਦੋਂ ਅਸੀਂ ਓਪੋਜੀਸ਼ਨ 'ਚ, ਕਾਂਗਰਸ ਪਾਰਟੀ ਓਪੋਜੀਸ਼ਨ 'ਚ ਹੁੰਦੀ ਸੀ ਤੇ ਉਦੋਂ ਮੈਨੂੰ ਇੱਦਾਂ ਲੱਗਿਆ ਕਿ ਜੋ ਨਸ਼ੇ ਦਾ ਹੜਾ ਵੀ ਇੱਕ ਕਾਂਗਰਸ ਪਾਰਟੀ ਉਹਨੂੰ ਖ਼ਤਮ ਕਰ ਸਕਦੀ ਆ। ਤਾਂ ਮੈਂ ਉਹ ਕਾਂਗਰਸ ਪਾਰਟੀ ਨੂੰ 2013 ਦੇ ਵਿੱਚ ਜੁਆਇਨ ਕੀਤਾ ਸੀਗਾ, ਜੋ ਕਿ ਮੇਰੇ ਪੋਲੀਟੀਕਲ ਗੁਰੂ ਨੇ, ਉਹਨੇ ਈਸ਼ਵਰ ਜੋਤ ਚੀਮਾ ਜੀ, ਜੋ ਕਿ ਲੁਧਿਆਣਾ ਤੋਂ ਬਿਲੋਂਗ ਕਰਦੇ ਨੇ, ਇਸ ਟਾਈਮ ਮੰਤਰੀ ਸਾਹਿਬ ਦੇ ਬਹੁਤ ਕਲੋਜ਼ ਨੇ, ਉਹ ਮੰਤਰੀ ਸਾਹਿਬ ਦੇ ਨਾਲ ਹੀ ਹੁੰਦੇ ਨੇ ਤੇ ਉਹਨਾਂ ਨੇ ਮੈਨੂੰ ਇਸ ਲੈ ਕੇ ਆਂਦਾ ਇਕਨੋਮਿਕ ਸੈੱਲ ਦਾ ਅਹੁਦਾ ਦੇ ਕੇ ਤੇ ਉਹਨਾਂ ਨੇ ਮਤਲਬ ਕਿ ਬਹੁਤ ਜ਼ਿਆਦਾ ਮੈਨੂੰ ਸਾਥ ਦਿੱਤਾ ਤੇ ਜੇ ਅੱਜ ਵੀ ਮੈਂ ਇੱਥੇ ਖੜਾ ਤਾਂ ਉਹਨਾਂ ਦੀ ਬਦੌਲਤ ਹੀ ਇੱਥੇ ਖੜਾ ਵਾਂ ਤੇ ਮੈਂ ਅੱਗੇ ਵੀ ਮਤਲਬ ਕਿ ਉਹਨਾਂ ਦਾ ਆਸਾਨ ਸਾਰੀ ਜ਼ਿੰਦਗੀ ਨਹੀਂ ਭੁੱਲੂੰਗਾ। ਉਹਨਾਂ ਨੇ ਮੈਨੂੰ ਜੋ ਜਿਵੇਂ ਸਿਖਾਇਆ, ਮਤਲਬ ਕਿ ਇੱਕ ਗਰਾਊਂਡ ਤੇ ਰਹਿਣਾ ਸਿਖਾਇਆ, ਉਹ ਗਰਾਊਂਡ ਦੇ ਨਾਲ ਹੀ ਰਹੂੰਗਾ। ਤੇ ਆਪਣੇ ਪਰਿਵਾਰਿਕ ਮੈਂਬਰ ਕੋਈ ਪੋਲੀਟੀਕਲ ਲੈਵਲ ਤੇ ਹੈ? ਨਹੀਂ, ਮੇਰੇ ਪਰਿਵਾਰਿਕ ਮੈਂਬਰ ਕੋਈ ਵੀ ਪੋਲੀਟੀਕਲ ਨਹੀਂ ਹੈਗੇ ਕਿ ਨਾ ਉਹਨਾਂ ਨੂੰ ਇਸ ਬਾਰੇ ਕੋਈ ਨੌਲੇਜ ਆ। ਮੈਂ ਲਾਅ ਇਸ ਕਰਕੇ ਕੀਤੀ ਸੀਗੀ ਕਿ ਮੈਨੂੰ ਇਹਦੇ ਬਾਰੇ ਕਿ ਪੜ੍ਹਿਆ ਲਿਖਿਆ ਹੋਵਾਂ, ਕਿ ਮੈਨੂੰ ਲਾਅ ਬਾਰੇ ਪਤਾ ਹੋਵੇ ਕਿ ਮੈਂ ਕਿੱਦਾਂ ਕੰਮ ਕਰਾਉਣੇ ਨੇ, ਕਿੱਦਾਂ ਭ੍ਰਿਸ਼ਟਾਚਾਰ ਤੋਂ ਬਚਾਉਣਾ। ਜੇ ਮੈਂ ਪੜ੍ਹਿਆ ਲਿਖਿਆ ਨਹੀਂ ਹੋਊ, ਮੈਨੂੰ ਕਿਸੇ ਬਾਰੇ ਨੌਲੇਜ ਨਹੀਂ ਹੋਊਗੀ ਤਾਂ ਮੈਂ ਆਫੀਸਰ ਨੂੰ ਉਹਦੀ ਡਿਊਟੀ ਨਿਭਾਉਣ ਲਈ ਸਹੀ ਤਰੀਕੇ ਨਾਲ ਨਹੀਂ ਕਹਿ ਸਕੂੰਗਾ। ਜੇ ਮੇਰੇ ਅੰਦਰ ਸੀਗਾ ਤੇ ਇੱਕ ਸੇਵਾ ਦੀ ਭਾਵਨਾ ਮੇਰੇ ਅੰਦਰ, ਮੈਂ ਇੱਕ ਸੇਵਾ ਕਰਨਾ ਚਾਹੁੰਦਾ ਤੇ ਮੈਨੂੰ ਮੌਕਾ ਵੀ ਦਿੱਤਾ ਉਹ ਵਾਰਡ ਵਾਸੀਆਂ ਨੇ ਤੇ ਮੈਂ ਉਹਨੂੰ ਮਤਲਬ ਕਿ ਤਨਦੇਹੀ ਨਾਲ ਨਿਭਾਊਂਗਾ। ਤੁਸੀਂ ਪੜ੍ਹਾਈ ਕਰਨ ਦੇ ਦੌਰਾਨ ਹੀ ਪੂਰਾ ਸੀਗਾ ਵੀ ਮੈਂ ਪੋਲੀਟੀਕਲ ਲੈਵਲ ਤੇ ਰਾਜਨੀਤੀ ਜਾਣਾ? ਜੀ, ਮੈਂ ਆਫਟਰ ਪਲੱਸ 2 ਹੀ ਇਹਦੇ ਪੋਲੀਟੀਕਲ ਵਿੱਚ ਇੰਟਰਸਟ, ਪੋਲੀਟਿਕਸ 'ਚ ਬਹੁਤ ਜ਼ਿਆਦਾ ਇੰਟਰਸਟ ਸੀ ਮੇਰਾ। ਆਫਟਰ ਪਲੱਸ 2 ਮੈਂ 18 ਸੀ ਮੇਰੀ ਏਜ ਤੇ ਉਦੋਂ ਹੀ ਮੈਨੂੰ ਅਹੁਦਾ ਦਿੱਤਾ ਗਿਆ ਸੀਗਾ ਇਕਨੋਮਿਕ ਪੋਲੀਟੀਕਲ ਪਲੈਨਿੰਗ ਸੈੱਲ ਦਾ ਚੀਮਾ ਜੀ ਦੁਆਰਾ ਤੇ ਉਦੋਂ ਬਾਅਦ ਹੀ ਮੈਂ ਆਪਣਾ ਚੂਜ਼ ਕਰ ਲਿਆ ਸੀਗਾ ਵੀ ਮੈਂ ਕੁਝ ਵਧੀਆ ਮਤਲਬ ਕਰਨਾ। ਤੁਸੀਂ ਲਾਅ ਦੀ ਡਿਗਰੀ ਕਦੋਂ ਪਾਸ ਕੀਤੀ? ਰੀਸੈਂਟਲੀ ਲਾਅ ਪਾਸ ਕੀਤੀ ਆ, ਜੇ ਮੈਂ ਉਹਦੀ ਡਿਗਰੀ ਮੈਂ ਲੈ ਕੇ ਆਉਣੀ ਆ ਜਲਦੀ, ਬਸ ਡਿਗਰੀ ਜਸਟ ਹੁਣੀ ਪਾਸ ਕੀਤੀ। ਹੋਰ ਕੀ ਮੁੱਦਿਆਂ ਨੂੰ ਲੈ ਕੇ ਤੁਸੀਂ ਕਮੇਟੀ ਦੇ ਵਿੱਚ ਕੁੱਦੋਗੇ ਜੋ ਭ੍ਰਿਸ਼ਟਾਚਾਰ ਫੈਲਿਆ ਹੋਇਆ? ਹੋਰ ਕੀ ਕਹਿਣਾ ਚਾਹੋਗੇ ਇਸ ਬਾਰੇ 'ਚ? ਪਹਿਲਾ ਮੁੱਦਾ ਤਾਂ ਮੇਰਾ ਇਹੀ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇ। ਜੋ ਵੀ ਇਹ ਪਰਸੈਂਟੇਜ ਠੇਕੇਦਾਰਾਂ ਦੁਆਰਾ ਸਾਡੇ ਤੋਂ ਲਿੱਤੀ ਜਾਂਦੀ ਆ, ਉਹਨੂੰ ਇਹ ਬੰਦ ਕੀਤਾ ਜਾਵੇ ਬਿਲਕੁਲ। ਤੇ ਉਹ ਮਤਲਬ ਕਿ ਜਿੰਨਾ ਵੀ ਪੈਸਾ ਵਾ, ਮੈਂ ਤਾਂ ਜਿੱਥੇ ਵੀ ਕੰਮ ਚੱਲੂਗਾ ਉੱਥੇ ਕੁਰਸੀ ਢਾਹ ਕੇ ਬਹਿ ਜਾਣਾ। ਮੈਨੂੰ ਤਾਂ ਆਪਣਾ ਕੰਮ ਪ੍ਰੋਪਰ ਚਾਹੀਦਾ ਤੇ ਮੈਂ ਪੂਰਾ ਕੰਮ ਲਊਂਗਾ। ਜਿੰਨੇ ਵੀ ਮਤਲਬ ਕਿ ਮੇਰੇ ਵਾਰਡ ਲਈ, ਮੇਰਾ ਵਾਰਡ ਸਭ ਤੋਂ ਵੱਡਾ ਵਾਰਡ ਆ ਤੇ ਉਹਦੇ ਲਈ ਮੈਂ ਲੜੂੰਗਾ ਅੰਦਰ ਸਭ ਤੋਂ ਵੱਧ, ਕਿ ਜਿੰਨੇ ਵੀ ਸਭ ਤੋਂ ਵੱਧ ਪੈਸੇ ਮੇਰੇ ਵਾਰਡ ਨੂੰ ਦਿੱਤੇ ਜਾਣ। ਸਭ ਤੋਂ ਵੱਧ ਵੋਟ ਬੈਂਕ ਨਾਲ ਮੈਂ ਜਿੱਤਿਆ, ਸਭ ਤੋਂ ਵੱਡਾ ਵਾਰਡ ਮੇਰਾ ਵਾ ਤੇ ਸਭ ਤੋਂ ਵੱਧ ਪੈਂਡਿੰਗ ਵੀ ਕੰਮ ਮੇਰੇ ਵਾਰਡ 'ਚ ਨੇ ਤੇ ਮੈਂ ਉਹ ਕੰਮ ਪੂਰੇ ਕਰਵਾਉਣ ਲਈ ਜਿੰਨਾ ਵੀ ਹੋਊਗਾ ਉਹਨਾਂ ਮੈਂ ਕਮੇਟੀ ਦੇ ਵਿੱਚ ਬਹਿਸ ਕਰੂੰਗਾ। ਆਪਣੇ ਵਾਰਡ ਵਿੱਚ ਕਿੰਨੀਆਂ ਵੋਟਾਂ ਤੇ ਕਿੰਨੀਆਂ ਵੋਟਾਂ ਤੁਸੀਂ ਜਿੱਤੇ ਹੋ? ਮੇਰੇ ਵਾਰਡ ਦੇ ਵਿੱਚ ਕੁੱਲ 2962 ਵੋਟਾਂ ਨੇ, ਜਿਨ੍ਹਾਂ 'ਚੋਂ ਮੈਨੂੰ 1273 ਵੋਟ ਬੈਂਕ ਮਿਲਿਆ ਤੇ 854 ਦੀ ਵੋਟ ਲੀਡ ਨਾਲ ਮੈਂ ਜਿੱਤਿਆ ਤੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਇੰਨੀ ਵੱਡੀ ਲੀਡ ਮੈਨੂੰ ਦੇਣ ਲਈ। ਤੇ ਮੈਂ ਤਾਂ ਹੀ ਇਹ ਮਤਲਬ ਕਿ ਹੱਥ ਬੰਨ੍ਹ ਕੇ ਬੇਨਤੀ ਵੀ ਕਰੂੰਗਾ ਕਿ ਮੇਰੇ ਵਾਰਡ ਦੇ ਵਿੱਚ ਬਹੁਤ ਜ਼ਿਆਦਾ ਕੰਮ ਪੈਂਡਿੰਗ ਨੇ, ਉਹ ਮੈਨੂੰ ਪਹਿਲ ਦੇ ਆਧਾਰ ਤੇ ਮਤਲਬ ਕਿ ਕਰਨ ਦਾ ਮੌਕਾ ਮਿਲੇ। ਤੁਸੀਂ ਮੰਨਦੇ ਹੋ ਕਿਉਂਕਿ ਪਹਿਲਾਂ ਵੀ ਕਾਂਗਰਸ ਦਾ ਹੀ ਪ੍ਰਧਾਨ ਸੀ ਨਗਰ ਕੌਂਸਲ ਵਿੱਚ? ਜੀ। ਉਸ ਟਾਈਮ ਕਰਪਸ਼ਨ ਪੂਰੀ ਹਾਈ ਲੈਵਲ ਤੇ ਸੀ ਜੀ। ਤੇ ਹੁਣ ਤੁਸੀਂ ਵੀ ਕਾਂਗਰਸ ਦੇ ਹੀ ਨੁਮਾਇੰਦੇ ਹੋ
ਤੁਸੀਂ ਮੰਨਦੇ ਹੋ ਵੀ ਪਹਿਲਾਂ ਕਰਪਸ਼ਨ ਤਾਂ ਗਈ ਨਹੀਂ ਤੇ ਹੁਣ ਜਾ ਸਕਦੇ ਕਿਸੇ ਨਾ ਕਿਸੇ ਹੱਥ 'ਚ? ਜੇ ਯੂਥ ਲੀਡਰਾਂ ਨੂੰ ਮੌਕਾ ਦਿੱਤਾ ਸਾਰੀ, ਮੈਂ ਕਹਿੰਦਾ ਮਤਲਬ ਕਿ ਜੋ 23 ਮੈਂਬਰਾਂ ਦੀ ਇੱਕ ਕਮੇਟੀ ਚੂਜ਼ ਹੋ ਕੇ ਲੋਕਾਂ ਨੇ ਜੋ ਚੂਜ਼ ਕਰਕੇ ਅਸੀਂ ਕਮੇਟੀ 'ਚ ਭੇਜੀ ਆ, ਇਹ 23 ਮੈਂਬਰ ਬਦਲ ਕੇ ਚੱਲੇ ਨੇ ਤੇ ਵਧੀਆ ਯੂਥ ਲੀਡਰ ਵਧੀਆ ਚੱਲੇ ਨੇ। ਜੋ ਯੰਗ ਦੇ ਅੰਦਰ ਇੱਕ ਕੈਪੇਬਿਲਿਟੀ ਤੇ ਸੋਚ ਆ, ਉਹ ਇਹੀ ਹੈ ਕਿ ਉਹ ਵਧੀਆ ਕੰਮ ਕਰਨ ਤੇ ਇੱਕ ਵਧੀਆ ਥਿੰਕਿੰਗ ਆ ਉਹਨਾਂ ਕੋਲੇ ਕਿ ਭ੍ਰਸ਼ਟਾਚਾਰ ਨੂੰ ਖਤਮ ਕਰਕੇ ਕਿਵੇਂ ਕਿਸੇ ਦਾ ਕੰਮ ਕਰਵਾ ਸਕਦੇ ਹਾਂ। ਗਲੀਆਂ ਨਾਲੀਆਂ ਤੋਂ ਉੱਪਰ ਉੱਠ ਕੇ ਮਤਲਬ ਕਿਸੇ ਨੂੰ ਕੋਈ ਫ੍ਰੀ ਗਾਈਡੈਂਸ ਵੀ ਚਾਹੀਦੀ ਹੋਵੇ, ਕਿਸੇ ਲਾਅ ਰਿਲੇਟਡ, ਕਿਸੇ ਕਾਨੂੰਨ ਰਿਲੇਟਡ ਜਾਂ ਕਿਸੇ ਵੀ ਚਾਹੀਦੀ ਹੋ, ਬੇਫਿਕਰ ਹੋ ਕੇ ਉਹ ਕਦੇ ਵੀ ਇਹ ਨਾ ਸੋਚਣ ਕਿ ਮੈਂ MC ਆ। ਉਹ ਇਹ ਸੋਚਣ ਕਿ ਉਹਨਾਂ ਦਾ ਇੱਕ ਬੇਟਾ ਵਾ, ਉਹਨਾਂ ਦਾ ਇੱਕ ਭਰਾ ਵਾ। ਉਹ ਇਹ ਸੋਚਣ, ਉਹ ਮੇਰੇ ਤੇ ਕੋਈ ਟੈਗ ਨਾ ਸੋਚਣ ਕਿ ਅਸੀਂ MC, ਉਹ MC ਨਹੀਂ, ਮੈਨੂੰ ਇੱਕ ਆਪਣਾ ਬੱਚਾ ਸਮਝ ਕੇ ਜਾਂ ਜੋ ਵੀ ਉਹ ਸਮਝ ਕੇ ਮਿਲਣ। ਮੈਂ ਹਰੇਕ ਚੀਜ਼ ਉਹਨਾਂ ਨੂੰ ਗਾਈਡ ਕਰੂੰਗਾ ਜਿੰਨੀ ਕੁ ਮੈਨੂੰ ਨੌਲੇਜ ਆ। ਤੇ ਮੈਂ ਇਹ ਵੀ ਅਪੀਲ ਕਰਦਾ ਸਾਰੇ ਵਾਰਡ ਵਾਸੀਆਂ ਨੂੰ, ਕਿਉਂਕਿ ਮੈਂ ਇੱਕ ਹਜੇ ਫਸਟ ਟਾਈਮ ਆ ਕਮੇਟੀ ਦੇ ਵਿੱਚ, ਮੈਨੂੰ ਹਜੇ ਨਹੀਂ ਨੌਲੇਜ, ਨਵਾਂ ਵਾਂ, ਬਟ ਹਾਂ ਪੜ੍ਹਿਆ ਲਿਖਿਆ ਹੈਗਾ, ਮੈਨੂੰ ਟੈਂਡਰਾਂ ਬਾਰੇ ਸਾਰੀ ਨੌਲੇਜ ਆ, ਮੈਂ ਸਟੱਡੀ ਕਰ ਚੁੱਕਾ ਇਹਦੀ ਪਹਿਲਾਂ ਵੀ। ਸੋ ਮੈਂ ਇਹੀ ਕਹੂੰਗਾ ਵੀ ਤੁਸੀਂ ਵੀ ਮੈਨੂੰ ਗਾਈਡ ਕਰੋ, ਕਿਹੜਾ ਕੰਮ ਕਰਾਉਣਾ, ਕਿਹੜਾ ਛੱਡਣਾ, ਕਿਵੇਂ ਕਰਨਾ, ਕਿਉਂਕਿ ਤੁਸੀਂ ਜਿਤਾਇਆ। ਘਰੋਂ ਤਾਂ ਮੈਂ ਵੋਟਾਂ ਲੈ ਕੇ ਬਣਿਆ ਨਹੀਂ, ਘਰ ਦੇ ਤਾਂ ਮੇਰੇ 4 ਮੈਂਬਰ ਨੇ, ਵੋਟਾਂ ਪਾ ਕੇ ਤੁਸੀਂ ਜਿਤਾਇਆ, ਤੇ ਤੁਸੀਂ ਵੀ ਗਾਈਡ ਕਰੋ ਕਿਵੇਂ ਕੰਮ ਕਰਾਉਣਾ। ਕਿ ਤੁਸੀਂ ਮੰਨਦੇ ਹੋ ਵੀ ਕਰਪਸ਼ਨ ਇਕੱਲੇ ਇਨਸਾਨ ਤਾਂ ਕੋਈ ਕਰ ਨਹੀਂ ਸਕਦਾ? ਦੇਖੋ ਕਰਪਸ਼ਨ ਕੋਈ ਵੀ ਹੁੰਦੀ ਹੈ, ਮਿਲੀ ਭਗਤ ਨਾਲ ਹੁੰਦੀ ਹੈ ਨਾ ਜੀ। ਇੱਕ ਇਨਸਾਨ ਤਾਂ ਕੋਈ ਕਰ ਨਹੀਂ ਸਕਦਾ। ਨਗਰ ਕੌਂਸਲ ਵਿੱਚ ਆਲਰੇਡੀ ਪਹਿਲਾਂ ਕਾਂਗਰਸ ਦੀ ਸਰਕਾਰ ਸੀ, ਕਾਂਗਰਸ ਦਾ ਪ੍ਰਧਾਨ ਸੀ ਜੀ। ਮੇਰਾ ਕੁਐਸਚਨ ਵਿੱਚ ਹੈ, ਕਾਂਗਰਸ ਦਾ ਪ੍ਰਧਾਨ ਸੀ, ਇਹ ਕਿਸੇ ਨਾ ਕਿਤੇ ਮਿਲ ਕੇ ਹੀ ਹੋਇਆ ਨਾ ਕੰਮ। ਤੇ ਹੁਣ ਤੁਸੀਂ ਕਹਿੰਦੇ ਹੋ ਵੀ ਸਭ ਕੁਝ ਠੀਕ ਹੋ ਜੂਗਾ? ਮੈਂ ਇਹ ਕਹਿੰਦਾ ਵਿੱਚ ਵੱਡੇ ਲੀਡਰ ਵੀ ਵਿੱਚ ਇਨਵੋਲਵ ਹੋਣਗੇ, ਸਭ ਇਨਵੋਲਵ ਹੁੰਦੇ ਆ। ਕਰਪਸ਼ਨ ਜਿਹੜੀ ਸ਼ੁਰੂ ਹੁੰਦੀ ਆ ਨਾ, ਉਹ ਨੀਚਲੇ ਲੈਵਲ ਤੋਂ ਸ਼ੁਰੂ ਹੁੰਦੀ ਆ। ਜਦੋਂ ਕਿਸੇ ਦਾ ਕੰਮ ਨਹੀਂ ਹੁੰਦਾ ਤਾਂ ਉਹ ਕਹਿੰਦਾ, ਜਦੋਂ ਉਹਨੂੰ ਨੌਲੇਜ ਹੀ ਨਹੀਂ ਵੀ ਇਹ ਲਾਅ ਕੀ ਕਹਿੰਦਾ, ਕੀ ਕੰਮ ਕਿਵੇਂ ਹੋਣਾ, ਜਦੋਂ ਉਹਨੂੰ ਨੌਲੇਜ ਨਹੀਂ, ਉਹ ਕਹਿੰਦਾ ਅੱਲਾ 500 ਜਾਂ 1000 ਉਹਦੀ ਜੇਬ 'ਚ ਪਾ ਦਿੰਦਾ। ਕਰਪਸ਼ਨ ਤਾਂ ਨੀਚਲੇ ਲੈਵਲ ਤੋਂ ਸ਼ੁਰੂ ਹੋਈ, ਲੀਡਰ ਤਾਂ ਬਦਨਾਮ ਉੱਪਰ ਹੋ ਗਏ ਨਾ, ਉੱਪਰੋਂ ਕਰਪਸ਼ਨ ਕਿਵੇਂ ਨੀਚਲੇ ਲੈਵਲ ਤੋਂ ਸ਼ੁਰੂ ਹੋਈ। ਜੇ ਆਪਾਂ ਨੀਚੇ ਹੀ ਕਰਪਸ਼ਨ ਨੂੰ ਰੋਕਿਆ ਜਾਵੇ, ਜਿਹੜੇ MC ਦੀਆਂ ਚੋਣਾਂ ਇਹ ਗਰਾਊਂਡ ਲੈਵਲ ਦੀਆਂ ਚੋਣਾਂ, ਜੇ ਇਹਨੂੰ ਨੀਚਿਓਂ ਹੀ ਰੋਕਿਆ ਜਾਵੇ ਤਾਂ ਮੈਂ ਜੈਨ ਸਾਹਿਬ ਇਹ ਮੰਨਦਾ ਕਿ ਕਰਪਸ਼ਨ ਨੂੰ ਠੱਲ ਪਊਗੀ। ਤੇ ਮੈਂ ਨਹੀਂ ਕਹਿੰਦਾ 100%, 80% ਠੱਲ ਪਾਵਾਂਗੇ। ਜਿੰਨੇ ਵੀ ਮੇਰੇ ਚੁਣੇ ਹੋਏ ਨੁਮਾਇੰਦੇ ਭਰਾ ਆਉਣਗੇ, ਜਿਸ ਦਿਨ ਸਹੁੰ ਚੁੱਕਾਂਗੇ ਉਸ ਦਿਨ ਤੋਂ ਹੀ ਅਸੀਂ ਸਾਰੇ, ਇਹ ਮੇਰੇ ਤੋਂ ਬਹੁਤ ਵੱਡੇ ਨੇ, ਮੈਂ ਸਭ ਤੋਂ ਛੋਟਾ ਵਾਂ, ਮੈਂ ਉਹਨਾਂ ਨਾਲ ਇੱਕ ਪਿਆਰ ਨਾਲ ਜਾਂ ਉਹਨਾਂ ਤੋਂ ਰਿਕੁਐਸਟ ਕਰੂੰਗਾ, ਉਹਨਾਂ ਦੇ ਅੱਗੇ ਹੱਥ ਬੰਨ੍ਹ ਕੇ ਕਰੂੰਗਾ ਕਿ ਆਪਾਂ ਇਹਨੂੰ ਕਰਪਸ਼ਨ ਨੂੰ ਪਹਿਲੇ ਦਿਨ ਤੋਂ ਹੀ ਖਤਮ ਕਰਨ ਦੀ ਪਲੈਨਿੰਗ ਚੱਲਣੀ ਹੈ ਬਸ। ਕਿ ਤੁਸੀਂ ਮੰਨਦੇ ਹੋ ਵੀ ਜਿਹੜੀ ਕਰਪਸ਼ਨ ਆ ਇਹ ਕਿ ਬਿਨਾਂ ਕਿਸੇ ਲੀਡਰੀ ਸ਼ਹਿ ਦੇ ਨਾਲ ਹੋ ਨਹੀਂ ਸਕਦੀ? ਜੇ ਕਿਸੇ ਨੂੰ ਸ਼ਹਿ ਮਿਲਦੀ ਹੈ, ਚਾਹੇ ਤੁਹਾਡੇ ਕੁਐਸਚਨ ਦੇ ਮੁਤਾਬਕ ਇਹ ਨੀਚੋਂ ਚੱਲੀ ਹੈ ਜੀ, ਪਰ ਜੇ ਉੱਪਰੋਂ ਸ਼ਹਿ ਮਿਲਦੀ ਹੈ ਤਾਂ ਹੀ ਵੱਧਦੀ ਹੈ ਨਾ। ਜੇ ਕਿਤੇ ਨਾ ਕਿਤੇ ਜੇ ਨੀਚੋਂ ਸ਼ਹਿ ਕਰਦੇ ਆ, ਉੱਪਰੋਂ ਸ਼ਹਿ ਮਿਲਦੀ ਹੈ ਵੀ ਕਰੋ ਅਸੀਂ ਨਾਲ ਆ, ਤਾਂ ਹੀ ਵੱਧਦੀ ਫੁੱਲਦੀ ਹੈ ਨਾ। ਜੇ ਕਿਸੇ ਦਾ ਕੰਮ ਨਹੀਂ ਹੁੰਦਾ ਜੈਨ ਸਾਹਿਬ, ਜੇ ਕਿਸੇ ਦਾ ਕੰਮ ਨਹੀਂ ਹੁੰਦਾ ਤਾਂ ਉਹ ਪੈਸੇ ਦੇ ਕੇ ਕੰਮ ਕਰਵਾਉਂਦਾ। ਜਿਹੜੀ ਲੀਡਰਸ਼ਿਪ ਆ ਉਹਦਾ ਆਪਾਂ ਇੱਕ ਉਹਦਾ ਬਣਾ ਦਿੰਦੇ ਹਾਂ, ਉਹਨੂੰ ਟੈਗ ਲਾ ਦਿੰਦੇ ਹਾਂ ਕਿ ਲੀਡਰਸ਼ਿਪ ਵਿੱਚੋਂ ਪੈਸੇ ਖਾ ਰਹੀ ਹੈ। ਜੇ ਤੁਸੀਂ ਉਹੀ ਸਤਰਕ ਹੋ, ਜੇ ਤੁਹਾਡਾ ਹੀ ਮਤਲਬ ਕਿ ਮਾਈਂਡ ਪੂਰਾ ਪ੍ਰਪੇਅਰ ਹੋਵੇ, ਮੈਂ ਪੈਸੇ ਦੇ ਕੇ ਕੰਮ ਹੀ ਨਹੀਂ ਕਰਾਉਣਾ, ਇਹ ਮਤਲਬ ਕਿ ਇੱਕ ਪਬਲਿਕ ਆਫੀਸਰ ਅਸੀਂ ਉਹਨਾਂ ਨੂੰ ਮਤਲਬ ਕਿ ਆਪਣੇ ਟੈਕਸ ਚੋਂ ਆਪਣੇ ਕਿਤੋਂ ਪੇ ਕਰ ਰਹੇ ਹਾਂ, ਗੌਰਮੈਂਟ ਸਰਕਾਰੀ ਨੌਕਰੀ ਲੈ ਰਹੇ ਨੇ, ਉਹ ਕਿਸੇ ਵਜ੍ਹਾ ਤੋਂ ਹੀ ਲੈ ਰਹੇ ਨੇ, ਅਸੀਂ ਉਹਨਾਂ ਨੂੰ ਕਿਉਂ ਪੇ ਕਰ ਰਹੇ ਹਾਂ? ਨਾ ਕਰੋ, ਉਹਨਾਂ ਤੋਂ ਕੰਮ ਲਓ। ਉੱਥੇ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਲਾਈਵ ਹੋ ਜਾਂ ਤੁਸੀਂ ਆਪਣੀ ਆਵਾਜ਼ ਉਠਾਓ। ਤੁਸੀਂ ਨਹੀਂ ਕਿਸੇ ਨੂੰ ਪਤਾ ਲੱਗਦਾ ਵੀ ਨਹੀਂ ਕੰਮ ਕਿਵੇਂ ਸਹੀ ਤਰੀਕੇ ਨਾਲ ਕਰਾਉਣਾ, ਤੁਸੀਂ ਮੇਰੇ ਕੋਲ ਆਓ, ਮੈਂ ਆਵਾਜ਼ ਉਠਾਊਂਗਾ। ਹੋਰ ਦੱਸੋ, ਇੱਕ ਤੁਸੀਂ ਕੀ ਕੁਰਬਾਨੀ ਕਰੋਗੇ? ਤੁਸੀਂ ਯੂਥ ਹੋ ਜੀ, 24 ਈਅਰ ਤੁਹਾਡੀ ਏਜ ਆ ਨੀਅਰ ਅਬਾਊਟ ਜੀ। ਹੋਰ ਕੀ ਕਰੋਗੇ ਤੁਸੀਂ? ਨਗਰ ਕੌਂਸਲ ਲਈ ਸਭ ਕੁਝ ਦੱਸਤਾ ਵੀ ਮੈਂ ਆਹ ਕੁਰਬਾਨੀਆਂ ਕਰੂੰਗਾ ਜੀ, ਤੇ ਹੋਰ ਕੀ ਕਰੋਗੇ? ਜੋ ਕਮਿਸ਼ਨ ਦਿੰਦਾ, MCO ਨੂੰ ਬਕਾਇਦਾ ਮਿਲਦਾ ਵਾ, ਦੇਖੋ ਹਰ ਇੱਕ ਦੀ ਹਿੱਸੇ ਪੱਤੀ ਬੰਦੀ ਹੋਈ ਹੈ ਜੀ। MC ਨੂੰ ਬਕਾਇਦਾ ਮਿਲਦਾ, ਪ੍ਰਧਾਨ ਨੂੰ ਬਕਾਇਦਾ ਮਿਲਦਾ, ਸਭ ਨੂੰ ਹਿੱਸੇ ਵੰਡੇ ਹੋਏ ਆ। ਤੇ ਤੁਸੀਂ ਕਿਵੇਂ ਠੱਲ ਪਾਓਗੇ ਇਹਨੂੰ? ਤੁਸੀਂ ਆਪਣਾ ਹਿੱਸਾ ਜਾਂ ਕਿਵੇਂ ਕਰੋਗੇ ਇਹਨੂੰ? ਜੋ ਵੀ ਮੈਂ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਪਾ ਸਕੂੰਗਾ, ਜੋ ਵੀ ਉਹਨਾਂ ਨੂੰ ਮਤਲਬ ਕਿ ਇੱਕ ਪਿਆਰ ਨਾਲ ਤੇ ਇੱਕ ਸਤਿਕਾਰ ਨਾਲ ਉਹਨਾਂ ਤੋਂ ਵੱਧੋ ਵੱਧ ਮਤਲਬ ਕਿ ਕੰਮ ਕਰਵਾ ਸਕਦੇ ਹਾਂ ਆਪਾਂ ਆਫੀਸਰ ਤੋਂ, ਇੱਕ ਰਿਸਪੈਕਟ ਨਾਲ। ਜਿੰਨੀ ਮੈਂ ਰਿਸਪੈਕਟ ਦਊਂਗਾ ਤੇ ਉਹਨਾਂ ਨੂੰ ਹੱਥ ਬੰਨ੍ਹ ਕੇ ਹੀ ਬੇਨਤੀ ਕਰੂੰਗਾ ਕਿ ਜੋ ਪਹਿਲਾਂ ਹੋ ਗਿਆ ਉਹਨੂੰ ਭੁੱਲ ਜਾਓ। ਅੱਜ ਤੋਂ ਇੱਕ ਨਵਾਂ ਸਟੈਪ, ਨਵਾਂ ਕਦਮ ਕਮੇਟੀ ਦੇ ਵਿੱਚ ਜਿਸ ਦਿਨ ਵੜਾਂਗੇ, ਉਹ 23 ਦੇ 23 ਬੰਦਿਆਂ ਨੂੰ ਇਹੀ ਕਹਿਣਾ ਕਿ ਸਾਰੀ ਕਮੇਟੀ ਨੂੰ ਇੱਕ ਜਗ੍ਹਾ ਤੇ ਇਕੱਠਾ ਕਰੋ ਤੇ ਉਹਨਾਂ ਨੂੰ ਇੱਕੋ ਗੱਲ ਗਾਈਡ ਕਰੋ ਕਿ ਆਪਾਂ ਹੁਣ ਅੱਜ ਤੋਂ ਬਾਅਦ ਜੇ ਕਿਸੇ ਦਾ ਕੰਮ ਕਰਵਾਉਣਾ ਤਾਂ 1 ਰੁਪਈਆ ਲੈ ਕੇ ਨਾ ਹੋਵੇ। ਉਹ ਇਹ ਸੋਚੋ ਕਿ ਉਹ ਵੀ ਆਪਣੇ ਹੀ ਸ਼ਹਿਰ ਦੇ ਬੰਦੇ ਨੇ, ਆਪਣੇ ਸ਼ਹਿਰ ਦਾ ਹੀ ਵਿਕਾਸ ਹੋਣਾ। ਉਹ ਆਫੀਸਰ ਵੀ ਇੱਥੇ ਹੀ ਰਹਿੰਦੇ ਨੇ ਵਿੱਚੋਂ,
ਮਤਲਬ ਇਹ ਨਾ ਸੋਚਣ ਅਸੀਂ ਕਿਸੇ ਦਾ ਕੰਮ ਕਰਵਾਉਣਾ। ਤੇ ਜਿਹੜੇ ਕਮਿਸ਼ਨ ਆਲਰੇਡੀ ਐਮਸੀਆਂ ਨੂੰ ਮਿਲਦੇ ਆ, ਹਰ ਇੱਕ ਐਮਸੀ ਨੂੰ, ਤੁਹਾਨੂੰ ਇਕੱਲਿਆਂ ਨੂੰ ਨਹੀਂ, ਹਰ ਇੱਕ ਨੂੰ ਹੀ, ਜੀ। ਤੇ ਉਹ ਕਮਿਸ਼ਨ ਦਾ ਕੀ ਕਰੋਗੇ ਤੁਸੀਂ? ਉਹ ਕਮਿਸ਼ਨ ਨੂੰ ਵੀ ਮੈਂ ਕਹੂੰਗਾ ਰੋਕ ਲਾਈ ਜਾਵੇ। ਸਾਨੂੰ ਕੋਈ ਕਮਿਸ਼ਨਾਂ ਦੀ ਭੁੱਖ ਨਹੀਂ, ਅਸੀਂ ਤਾਂ ਇੱਥੇ ਕੰਮ ਕਰਵਾਉਣ ਆਏ ਆ। ਲੋਕਾਂ ਨੇ ਜਿੰਨੀ ਸਾਨੂੰ ਸੈਲਰੀ ਸਾਨੂੰ ਮਿਲਦੀ ਆ, ਅਸੀਂ ਉਹਦੇ 'ਚ ਕਾਫੀ ਗੁਜ਼ਾਰਾ ਕਰ ਸਕਦੇ। ਕਿਉਂਕਿ ਤੁਹਾਡੇ ਵਰਗੀ ਸੋਚ ਵਰਗੇ ਤਾਂ ਸਾਰੇ ਹੋ ਨਹੀਂ ਸਕਦੇ, ਹਰ ਇੱਕ ਦੀ ਆਪਣੀ ਆਪਣੀ ਸੋਚ ਹੈ। ਦੇਖੋ ਮੈਂ ਉਹਨਾਂ ਨੂੰ ਉਹਨਾਂ ਦੀ ਮਤਲਬ ਕਿ ਹੱਥ ਬੰਨ੍ਹ ਕੇ ਇੱਕ ਅਪੀਲ ਕਰ ਸਕਦਾ। ਹੁਣ ਮੈਂ ਕਿਸੇ ਦੇ ਦਿਲ ਦਾ ਤੇ ਕਿਸੇ ਦੀ ਥਿੰਕਿੰਗ ਨੂੰ ਬਦਲ ਨਹੀਂ ਸਕਦਾ। ਹਾਂ, ਇੱਕ ਰਿਕੁਐਸਟ ਕਰ ਸਕਦਾ, ਉਹ ਮੈਂ ਪੂਰੀ ਆਪਣੀ ਕੋਸ਼ਿਸ਼ ਕਰੂੰਗਾ। ਉਹਨਾਂ ਨੂੰ ਮੈਂ ਹੱਥ ਵੀ ਬੰਨੂੰਗਾ, ਜੋ ਵੀ ਕਰ ਸਕਦਾ ਉਹਨਾਂ ਦੀ ਰਿਕੁਐਸਟ ਕਰੂੰਗਾ, ਜਿੱਥੋਂ ਤੱਕ ਹੋ ਸਕੂਗਾ ਉੱਥੋਂ ਤੱਕ ਕਰੂੰਗਾ। ਜਿਵੇਂ ਜਗਰਾਉਂ ਦੇ 2-3 ਐਮਸੀਆਂ ਨੇ ਜਿੰਨੇ ਸਾਲ ਹੋ ਗਏ ਐਮਸੀ ਦੇ ਆਪਣਾ ਇਲੈਕਸ਼ਨ ਲੜ ਕੇ ਜਿੱਤ ਤੋਂ ਬਾਅਦ ਜੀ ਆਪਣੀ ਪੇ ਤੱਕ ਵੀ ਨਹੀਂ ਲੱਤੀ, ਪੇ ਧਾਰਮਿਕ ਕੰਮਾਂ 'ਚ ਲਾਈ ਆ, ਸਮਾਜਿਕ ਕੰਮਾਂ 'ਚ, ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਂ ਵੀ ਮਤਲਬ ਕਿ ਦੇਖੋ ਕਈ ਕੰਮ ਹੁੰਦੇ ਨੇ, ਜਿਵੇਂ ਵੀ ਹੋਊਗਾ ਉਹ ਪੇ ਨੂੰ ਜਿੱਥੇ ਵੀ ਮਤਲਬ ਕਿ ਕਿਤੇ ਨਾ ਕਿਤੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਗੁਰਦੁਆਰਾ, ਕੋਈ ਮੰਦਿਰ, ਕੋਈ ਗੁਰਦੁਆਰਾ, ਕੋਈ ਮਸਜਿਦ, ਜਿਨ੍ਹਾਂ ਨੂੰ ਅਸੀਂ ਗ੍ਰਾਂਟ ਕਮੇਟੀ ਤੋਂ ਨਹੀਂ ਦੇ ਸਕਦੇ, ਉਹ ਮੈਂ ਪੇ ਨੂੰ ਕਿਤੇ ਉੱਥੇ ਮਤਲਬ ਕਿ ਇਨਵੈਸਟ ਕਰੂੰਗਾ ਜਿੱਥੇ ਮਤਲਬ ਕਿ ਇੱਕ ਸਹੀ ਮਤਲਬ ਕਿ ਹੋ ਸਕੇ ਇਨਵੈਸਟਮੈਂਟ ਉਹਦੀ, ਉੱਥੇ ਕਰੂੰਗਾ। ਮੈਨੂੰ ਕੋਈ ਪੇ ਪੂ ਦੀ ਲੋੜ ਨਹੀਂ, ਮੇਰੇ ਤਾਂ ਆਪਣਾ ਹੀ ਬਿਜ਼ਨਸ ਵਧੀਆ ਚੱਲਦਾ, ਮੈਨੂੰ ਕੋਈ ਪੇ ਨਾਲ ਮੇਰਾ ਕੋਈ ਗੁਜ਼ਾਰਾ ਨਹੀਂ ਹੋਣ ਲੱਗਿਆ। ਉਹ ਪੇ ਨੂੰ ਮੈਂ ਇੱਕ ਵਧੀਆ ਜਗ੍ਹਾ ਤੇ ਲਾਊਂਗਾ ਜਿੱਥੇ ਗ੍ਰਾਂਟ ਨਹੀਂ ਦੇ ਸਕਦੀ ਕਮੇਟੀ, ਗੁਰਦੁਆਰਾ ਹੋ ਗਿਆ, ਮਸਜਿਦ ਹੋ ਗਈ, ਮੰਦਿਰ ਹੋ ਗਿਆ, ਮਸੀਤ ਹੋ ਗਈ, ਉੱਥੇ ਦਊਂਗਾ। ਤੁਸੀਂ ਮੰਨਦੇ ਹੋ ਵੀ ਪੂਰਾ ਤੁਸੀਂ ਟੱਕਰ ਲਓਗੇ ਨਗਰ ਕੌਂਸਲ 'ਚ, ਕਿਉਂਕਿ ਸਾਰੇ ਦੇ ਇੱਕ ਵੇ ਹੁੰਦੇ ਨਹੀਂ ਐਮਸੀ? ਮੈਂ ਕਿਹਾ ਜੀ ਪੂਰੇ ਖਰੇ ਉਤਰਾਂਗੇ ਤੇ ਸਾਰਿਆਂ ਨੂੰ ਮਤਲਬ ਜੇ ਆਪਾਂ ਸਾਰੇ ਉਹਨਾਂ ਨੂੰ ਭਾਈਚਾਰਾ ਮੰਨ ਕੇ ਚੱਲਾਂਗੇ ਤਾਂ ਸ਼ਾਇਦ ਉਹ ਗੱਲ ਨਹੀਂ ਹੁੰਦੀ। ਫਿਰ ਉਹ ਸਾਰੇ ਭਾਈਚਾਰਾ ਸਾਂਝ ਚੱਲਣ ਲੱਗ ਜੇ ਨਾ ਤਾਂ ਇੱਕੋ ਜਿਹਾ ਹੋ ਜਾਂਦਾ ਮਾਹੌਲ, ਉਹਨੂੰ ਬਣਾਉਣ ਦੀ ਇੱਕੋ ਜਿਹਾ ਫੈਮਿਲੀ ਵਾਂਗੂ ਮਾਹੌਲ ਬਣਾ ਕੇ ਚੱਲਾਂਗੇ। ਜਗਰਾਉਂ ਤੋਂ ਦਵਿੰਦਰ ਜੈਨ ਦੀ ਰਿਪੋਰਟ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ